हाँ जी प्यारे विद्यार्थियों, तुहाडा स्वागत है मेरे चैनल एजुकेशन ਸਿੰਪਲੀਫਾਈਡ ਬਾਈ OCDC ਦੇ ਉੱਪਰ। ਹੁਣ ਹਰ ਕੋਈ ਬੱਚਾ ਮਾਤ ਭਾਸ਼ਾ ਦੇ ਵਿੱਚ ਸਾਇੰਸ ਨੂੰ ਸਮਝ ਸਕੇਗਾ, ਵਿਗਿਆਨ ਨੂੰ ਸਮਝ ਸਕੇਗਾ ਅਤੇ ਜੇ ਕੋਈ ਬੱਚਾ ਪੰਜਾਬ ਦਾ ਨੀਟ ਜਾਂ ਮਾਸਟਰ ਕਾਡਰ ਦੀ ਤਿਆਰੀ ਕਰ ਰਿਹਾ ਹੈ ਤਾਂ ਉਹ ਮਾਤ ਭਾਸ਼ਾ ਦੇ ਵਿੱਚ ਸਾਇੰਸ ਨੂੰ ਸਮਝਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਸਕਦਾ ਹੈ, ਚੈਨਲ ਦੇ ਨਾਲ ਜੁੜ ਸਕਦਾ ਹੈ। ਸੋ ਇਹ ਵੀਡੀਓ ਹੈ ਸਾਰੇ ਹੀ ਉਹਨਾਂ ਵਿਦਿਆਰਥੀਆਂ ਵਾਸਤੇ ਜੋ ਮਾਸਟਰ ਕਾਡਰ ਸਾਇੰਸ ਦੀ ਤਿਆਰੀ ਕਰ ਰਹੇ ਨੇ, ਜੋ 2022 ਦੇ ਵਿੱਚ ਹੋਵੇਗਾ ਅਤੇ ਨਾਲ ਹੀ ਨੀਟ 2022 ਦੀ ਜੋ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਲਈ ਵੀ ਇਹ ਵੀਡੀਓ ਹੈ। ਠੀਕ ਹੈ ਜੀ, ਤਾਂ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਟੈਰੀਡੋਫਾਈਟ ਪਲਾਂਟਸ ਦੇ ਬਾਰੇ। ਸੋ ਸ਼ੁਰੂ ਕਰਦੇ ਹਾਂ। ਟਰਮ ਟੈਰੀਡੋਫਾਈਟਾ ਵਾਸ ਫਸਟ ਇੰਟਰੋਡਿਊਸਡ ਬਾਈ ਹੈਕਲ। ਅਰਨਸਟ ਹੈਕਲ ਨਾਮ ਦੇ ਵਿਗਿਆਨੀ ਨੇ ਟਰਮ ਦਿੱਤੀ ਸੀ ਟੈਰੀਡੋਫਾਈਟਾ। ਓਕੇ, ਇਹ ਜਿਹੜੇ ਟਰੀਡੋਫਾਈਟਸ ਨੇ ਇਹਨੂੰ ਆਪਾਂ ਕ੍ਰਿਪਟੋਗ੍ਰਾਮਸ ਵੀ ਕਹਿੰਦੇ ਆ। ਠੀਕ ਹੈ ਜੀ, ਕ੍ਰਿਪਟੋਗ੍ਰਾਮ ਇਸ ਨੂੰ ਕਿਸ ਨੇ ਕਿਹਾ ਸੀ? ਇਹ ਕਿਹਾ ਸੀ ਲਿਨਿਆਸ ਨਾਮ ਦੇ ਵਿਗਿਆਨੀ ਨੇ। ਓਕੇ, ਕਿਉਂ ਕਿਹਾ ਸੀ? ਕਿਉਂਕਿ ਕ੍ਰਿਪਟੋ ਤੋਂ ਭਾਵ ਹੁੰਦਾ ਕੋਈ ਚੀਜ਼ ਹਿਡਨ, ਜਾਣੀ ਕਿ ਛੁਪੀ ਹੋਈ। ਠੀਕ ਹੈ, ਤਾਂ ਇਹਦਾ ਮਤਲਬ ਕੀ ਹੈ ਕਿ ਇਹਦੇ 'ਚ ਪਲਾਂਟਸ ਦੇ ਇਸ ਪਲਾਂਟ ਦੇ ਵਿੱਚ ਸੀਡ ਨਹੀਂ ਹੁੰਦੇ। ਸੋ ਇਹ ਹੋ ਗਏ ਪਲਾਂਟਸ ਵਿਦਾਊਟ ਸੀਡਸ, ਇਹਨੂੰ ਆਪਾਂ ਕਹਿੰਦੇ ਕ੍ਰਿਪਟੋਗ੍ਰਾਮਸ, ਕ੍ਰਿਪਟੋਗ੍ਰਾਮਸ। ਓਕੇ, ਸੋ ਉਸ ਤੋਂ ਬਾਅਦ ਟੈਰੀਡੋਫਾਈਟਸ ਆਰ ਮੋਸਟ ਪ੍ਰੀਮਿਟਿਵ, ਮਤਲਬ ਬਹੁਤ ਪਹਿਲੇ ਵਾਸਕਿਊਲਰ ਪਲਾਂਟਸ ਨੇ ਜਿਹੜੇ ਪਿਓਰਲੀ ਲੈਂਡ ਦੇ ਉੱਪਰ ਆਏ। ਵਾਸਕਿਊਲਰ ਤੋਂ ਭਾਵ ਹੁੰਦਾ ਹੈ ਕਿ ਇਹਦੇ ਵਿੱਚ ਜ਼ਾਈਲਮ ਤੇ ਫਲੋਇਮ ਦੋਨੇ ਵੈਸਲ ਹੁੰਦੇ ਨੇ। ਜ਼ਾਈਲਮ ਦੇ ਵਿੱਚੋਂ ਦੀ ਪਾਣੀ ਮੂਵ ਕਰਦਾ ਹੈ ਅਤੇ ਫਲੋਇਮ ਦੇ ਵਿੱਚ ਭੋਜਨ ਦਾ ਜਿਹੜਾ ਹੈਗਾ ਟਰਾਂਸਪੋਰਟ ਹੁੰਦਾ ਹੈ। ਠੀਕ ਹੈ ਜੀ, ਤਾਂ ਪਿਓਰਲੀ ਲੈਂਡ ਦੇ ਉੱਪਰ ਆਉਣ ਵਾਲੇ ਪਹਿਲੇ ਪਲਾਂਟ ਹੋਏ ਆਪਣੇ ਟੈਰੀਡੋਫਾਈਟਸ। ਸੋ ਇਸ ਦੇ ਨਾਲ ਹੀ ਇਹੀ ਪਲਾਂਟ ਪਹਿਲੇ ਹੋਏ ਜਿਨ੍ਹਾਂ ਦੇ ਵਿੱਚ ਸਪੋਰੋਫਾਈਟ ਡਿਵੈਲਪ ਹੋਇਆ। ਇਸ ਤੋਂ ਪਹਿਲਾਂ ਆਪਾਂ ਬਰਾਇਓਫਾਈਟ ਦੀ ਗੱਲ ਕੀਤੀ ਸੀ ਪਿਛਲੇ ਵੀਡੀਓ ਦੇ ਵਿੱਚ। ਤਾਂ ਬਰਾਇਓਫਾਈਟ ਜਿਹੜੇ ਹੁੰਦੇ ਨੇ ਉਹਨਾਂ ਦੇ ਡੋਮੀਨੈਂਟ ਫੇਜ਼ ਜਿਹੜਾ ਹੁੰਦਾ ਉਹ ਗੈਮੀਟੋਫਾਈਟ ਹੁੰਦਾ, ਪਰ ਟੈਰੀਡੋਫਾਈਟ ਦੇ ਵਿੱਚ ਜਿਹੜਾ ਡੋਮੀਨੈਂਟ ਫੇਜ਼ ਹੈ ਉਹ ਸਪੋਰੋਫਾਈਟ ਹੁੰਦਾ ਅਤੇ ਇਹ ਡਿਪਲੋਇਡ ਹੁੰਦਾ ਹੈ। ਓਕੇ, ਦੇ ਆਰ ਕਰੈਕਟਰਾਈਜ਼ਡ ਬਾਈ ਹੈਵਿੰਗ ਓਨਲੀ ਟ੍ਰੇਕੀਆਰਡਸ, ਮਤਲਬ ਇਹਦੇ 'ਚ ਟ੍ਰੇਕੀਆਰਡਸ ਹੁੰਦੇ ਨੇ ਇਨ ਦੇਅਰ ਜ਼ਾਈਲਮ। ਠੀਕ ਹੈ, ਮਤਲਬ ਜ਼ਾਈਲਮ ਦੇ ਵਿੱਚ ਜ਼ਾਈਲਮ ਟ੍ਰੇਕੀਆਰਡ ਹੁੰਦੇ ਨੇ ਪਰ ਜ਼ਾਈਲਮ ਵੈਸਲ ਨਹੀਂ ਹੁੰਦੇ। ਓਕੇ ਜੀ, ਮਤਲਬ ਜਿਹੜਾ ਵਾਸਕਿਊਲਰ ਟਿਸ਼ੂ ਹੈ ਉਹਦੇ ਦੋ ਟਾਈਪ ਹੁੰਦੀਆਂ ਨੇ, ਟ੍ਰੇਕੀਆਰਡ ਅਤੇ ਵੈਸਲ ਜ਼ਾਈਲਮ ਦੇ ਵਿੱਚ। ਪਰ ਇਹਦੇ 'ਚ ਟ੍ਰੇਕੀਆਰਡਸ ਨੇ ਇਹ ਇਲੋਂਗੇਟਡ ਹੁੰਦੇ ਨੇ, ਥੋੜ੍ਹੇ ਜਿਹੇ ਲੰਬੇ ਹੁੰਦੇ ਨੇ, ਵੈਸਲ ਇਹਦੇ 'ਚ ਨਹੀਂ ਹੁੰਦੇ। ਓਕੇ, ਐਂਡ ਓਨਲੀ ਸੀਬ ਸੈੱਲ ਇਨ ਦੇਅਰ ਫਲੋਇਮ, ਮਤਲਬ ਇਹਦੇ ਫਲੋਇਮ ਦੇ ਵਿੱਚ ਵੀ ਕੰਪੇਨੀਅਨ ਸੈੱਲ ਨਹੀਂ ਹੁੰਦੇ, ਸਿਰਫ ਸੀਬ ਸੈੱਲ ਹੁੰਦੇ ਨੇ। ਜਿਹੜਾ ਸੀਬ ਹੈ, ਸੀਬ ਤੋਂ ਭਾਵ ਹੁੰਦਾ ਜਿਵੇਂ ਆਪਾਂ ਛਾਨਣੀ ਕਹਿ ਦਿੰਦੇ ਹਾਂ, ਉਹਦੇ ਵਿੱਚ ਜਿਹੜਾ ਫੂਡ ਹੈ ਉਹ ਛਣ ਕੇ ਛੋਟਾ ਪਾਰਟੀਕਲ ਬਿਲਕੁਲ ਥੱਲੇ ਚਲਾ ਜਾਂਦਾ ਅਤੇ ਵੱਡਾ ਪਾਰਟੀਕਲ ਉੱਪਰ ਰਹਿ ਜਾਂਦਾ ਤਾਂ ਕਿ ਪਲਾਂਟ ਦੇ ਹਰ ਭਾਗ ਨੂੰ ਖਾਣਾ ਪ੍ਰੋਪਰਲੀ ਮਿਲ ਸਕੇ। ਸੋ ਇਸ ਤੋਂ ਬਾਅਦ ਆਪਾਂ ਗੱਲ ਕਰੀਏ ਕਿ ਇਹਨਾਂ ਨੂੰ ਆਪਾਂ ਸੀਡਲੈਸ ਵਾਸਕਿਊਲਰ ਪਲਾਂਟਸ ਵੀ ਕਹਿ ਸਕਦੇ ਹਾਂ ਔਰ ਵਾਸਕਿਊਲਰ ਕ੍ਰਿਪਟੋਗੈਮਸ ਵੀ ਕਹਿ ਸਕਦੇ ਹਾਂ। ਕ੍ਰਿਪਟੋਗੈਮ ਮਤਲਬ ਵਿਦਾਊਟ ਸੀਡਸ। ਠੀਕ ਹੈ ਜੀ, ਇਹ ਪਲਾਂਟ ਓਰੀਜੀਨੇਟ ਕਦੋਂ ਹੋਏ? ਇਹ ਹੋਏ ਆਰਡੋਵੀਸੀਅਨ ਸੈਲੂਰੀਅਨ ਪੀਰੀਅਡ ਦੇ ਦੌਰਾਨ। ਇਹ ਟਾਈਮ ਪੀਰੀਅਡ ਹੁੰਦੇ ਨੇ। ਠੀਕ ਹੈ, ਜਿਵੇਂ ਆਪਾਂ ਕਹਿੰਦੇ ਕਿ ਸਭ ਤੋਂ ਵੱਡਾ ਜਿਹੜਾ ਟਾਈਮ ਪੀਰੀਅਡ ਹੁੰਦਾ ਉਹਨੂੰ ਕਿਹਾ ਜਾਂਦਾ ਐਰਾ। ਠੀਕ ਹੈ, ਐਰਾ ਦੇ ਵਿੱਚ ਪੀਰੀਅਡ ਹੁੰਦੇ ਨੇ, ਤਾਂ ਹਰ ਪੀਰੀਅਡ ਦੇ ਵਿੱਚ ਕੋਈ ਨਾ ਕੋਈ ਚੀਜ਼ ਡੋਮੀਨੈਂਟ ਹੁੰਦੀ ਹੈ, ਕੋਈ ਪਲਾਂਟ, ਕੋਈ ਐਨੀਮਲ। ਤਾਂ ਜਿਹੜੇ ਟੈਰੀਡੋਫਾਈਟਸ ਨੇ ਉਹ ਆਰਡੀਓਵੀਸੀਅਨ ਸਿਲੂਰੀਅਨ ਪੀਰੀਅਡ ਦੇ ਵਿੱਚ ਆਏ ਅਤੇ ਫਲੋਰਿਸ਼ ਕਦੋਂ ਕੀਤੇ, ਗਰੋ ਕੀਤੇ ਇਹ ਡਿਵੋਨੀਅਨ ਅਤੇ ਕਾਰਬੋਨੀਫੇਰਸ ਪੀਰੀਅਡ ਦੇ ਦੌਰਾਨ। ਠੀਕ ਹੈ, ਇਹ ਪੀਰੀਅਡ ਕਿਹੜੇ ਐਰਾ ਦੌਰਾਨ ਸੀਗੇ? ਪੈਲੀਓਜੋਇਕ ਐਰਾ। ਓਕੇ ਜੀ, ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਕਿ ਜੋ ਇਸ ਦੀ ਮੇਨ ਪਲਾਂਟ ਬੋਡੀ ਹੁੰਦੀ ਹੈ ਉਹ ਤੁਹਾਨੂੰ ਮੈਂ ਦੱਸਤਾ ਕਿ ਸਪੋਰੋਫਾਈਟ ਹੁੰਦਾ ਹੈ। ਠੀਕ ਹੈ ਜੀ, ਬਰਾਇਓਫਾਈਟ ਦੇ ਵਿੱਚ ਮੇਨ ਬੋਡੀ ਹੁੰਦੀ ਹੈ ਗੈਮੀਟੋਫਾਈਟ, ਟੈਰੀਡੋਫਾਈਟ 'ਚ ਮੇਨ ਬੋਡੀ ਹੁੰਦੀ ਹੈ ਸਪੋਰੋਫਾਈਟ। ਸਪੋਰੋਫਾਈਟ ਦੇ ਮੇਨ ਤਿੰਨ ਭਾਗ ਹੁੰਦੇ ਨੇ, ਰੂਟਸ, ਸਟੈਮਸ ਅਤੇ ਲੀਵਸ। ਓਕੇ, ਜਿਹੜੇ ਦੇ ਲੀਵ ਨੇ ਉਹ ਹੋ ਸਕਦੇ ਨੇ ਮਾਈਕਰੋਫਿਲਸ, ਮਤਲਬ ਛੋਟੇ ਹੋ ਸਕਦੇ ਨੇ। ਫਿਲਸ ਤੋਂ ਭਾਵ ਪੱਤਾ ਹੁੰਦਾ ਹੈ, ਮਾਈਕਰੋ ਮਤਲਬ ਛੋਟਾ। ਤਾਂ ਉਹਦੀ ਐਗਜ਼ਾਮਪਲ ਹੈ ਪਲਾਂਟ ਦੀ ਲਾਈਕੋਪੋਡੀਅਮ, ਜਿਹਦੇ ਵਿੱਚ ਛੋਟੇ ਪੱਤੇ ਹੁੰਦੇ ਹਨ। ਇਸ ਦੇ ਨਾਲ ਹੋਰ ਐਗਜ਼ਾਮਪਲ ਹੈ ਇਕੁਇਸੈਟਮ। ਠੀਕ ਹੈ, ਅਤੇ ਇਸ ਤੋਂ ਬਾਅਦ ਆਉਂਦਾ ਕਿ ਜਿਸ 'ਚ ਵੱਡੇ ਪੱਤੇ ਹੁੰਦੇ ਨੇ, ਲਾਰਜ ਲੀਵਸ, ਤਾਂ ਉਹਨੂੰ ਆਪਾਂ ਕਹਾਂਗੇ ਮੈਕਰੋਫਿਲਸ। ਐਗਜ਼ਾਮਪਲ ਹੈ ਟੈਰੀਡੀਅਮ ਅਤੇ ਟੈਰਿਸ। ਓਕੇ, ਇਨ ਮਾਈਕਰੋਫਿਲਸ ਲੀਵ, ਜਾਣੀ ਕਿ ਜਿਹਨਾਂ ਛੋਟੇ ਪੱਤੇ ਹੁੰਦੇ ਨੇ, ਦ ਲੀਫ ਟਰੇਸ ਡਜ਼ ਨੋਟ ਡਿਸਟਰਬ ਦਾ ਵਾਸਕਿਊਲਰ ਸਿਲੰਡਰ ਆਫ ਦਾ ਸਟੈਮ, ਬਟ ਇਨ ਮੈਗਾਫਿਲਸ, ਜਾਣੀ ਕਿ ਵੱਡੇ ਪੱਤੇ, ਦ ਲੀਫ ਟਰੇਸ ਪ੍ਰੋਡਿਊਸਸ ਆ ਪੇਰਨਕਾਈਮਾ ਲੀਫ ਗੈਪ ਇਨ ਦਾ ਵਾਸਕਿਊਲਰ ਸਿਲੰਡਰ ਆਫ ਦਾ ਸਟੈਮ। ਮਤਲਬ ਸਟੈਮ ਦੇ ਜਿਸ ਭਾਗ ਨਾਲ ਪੱਤਾ ਲੱਗਿਆ ਹੁੰਦਾ ਹੈ
ਉਸ ਦੇ ਵਿੱਚ ਮਾਈਕਰੋਫਿਲ ਦੀ ਕੋਈ ਡਿਸਟਰਬੈਂਸ ਨਹੀਂ ਹੁੰਦੀ, ਬਟ ਜਿਹੜੇ ਵੱਡੇ ਪੱਤੇ ਨੇ ਉਹਨਾਂ ਦੇ ਵਿੱਚ ਥੋੜ੍ਹਾ ਗੈਪ ਰਹਿ ਜਾਂਦਾ ਹੈ ਵਾਸਕੂਲਰ ਟਿਸ਼ੂ ਦੇ ਵਿੱਚ। ਹੁਣ ਆਪਾਂ ਗੱਲ ਕਰ ਲਈਏ ਰੀਪਰੋਡਕਸ਼ਨ ਦੀ। ਰੀਪਰੋਡਕਸ਼ਨ ਅਕਰ ਬਾਈ ਸਪੋਰਸ ਪ੍ਰੋਡਿਊਸਡ ਇਨਸਾਈਡ ਦਾ ਸਪੋਰੰਜੀਆ। ਸਪੋਰੰਜੀਆ ਇੱਕ ਸੈਕ ਲਾਈਕ ਸਟਰਕਚਰ ਹੁੰਦੀ ਹੈ, ਇੱਕ ਤਰ੍ਹਾਂ ਦਾ ਪਾਊਚ ਹੁੰਦਾ ਹੈ ਜਿਹਦੇ ਵਿੱਚ ਸਪੋਰਸ ਬਣਦੀਆਂ ਨੇ। ਓਕੇ, ਦ ਸਪੋਰੰਜੀਆ ਡਿਵੈਲਪ ਔਨ ਵੈਂਟਰਲ ਸਰਫੇਸ ਆਫ ਫਰਟਾਈਲ ਲੀਵਸ। ਮਤਲਬ ਜਿਹੜਾ ਸਪੋਰੰਜੀਆ ਹੁੰਦਾ ਜਿਹਦੇ ਵਿੱਚ ਸਪੋਰਸ ਹੁੰਦੀਆਂ ਨੇ, ਉਹ ਸਪੋਰੰਜੀਆ ਵੀ ਪੱਤੇ ਦੇ ਨੀਚੇ ਵਾਲੇ ਭਾਗ ਨੂੰ ਆਪਾਂ ਵੈਂਟਰਲ ਕਹਿੰਦੇ ਆ, ਉਸ ਦੇ ਪਾਰਟ ਦੇ ਉੱਪਰ ਇਹ ਬਣਦਾ ਹੈ। ਠੀਕ ਹੈ, ਤਾਂ ਜਿਹੜੇ ਪੱਤੇ ਦੇ ਉੱਪਰ ਸਪੋਰ ਲੱਗੀਆਂ ਹੁੰਦੀਆਂ ਨੇ ਉਸ ਪੱਤੇ ਨੂੰ ਸਪੋਰੋਫਿਲਸ ਕਿਹਾ ਜਾਂਦਾ ਹੈ। ਓਕੇ ਜੀ, ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਸਪੋਰੋਫਿਲ ਤੋਂ ਭਾਵ ਹੈ ਉਹ ਵਾਲਾ ਲੀਫ ਜਿਹਦੇ ਉੱਪਰ ਸਪੋਰ ਲੱਗੀਆਂ ਹੁੰਦੀਆਂ ਨੇ ਵੈਂਟਰਲ ਸਰਫੇਸ 'ਤੇ। ਐਗਜ਼ਾਮਪਲ ਆ ਗਈ ਆਪਣੀ ਡਰਾਇਓਟੈਰਿਸ ਅਤੇ ਟੈਰਿਸ। ਇਸ ਤੋਂ ਇਲਾਵਾ ਜਿਹੜੀਆਂ ਸਪੋਰਸ ਨੇ ਉਹ ਸਪਾਈਕ ਦੇ ਉੱਪਰ ਵੀ ਲੱਗੀਆਂ ਹੋ ਸਕਦੀਆਂ ਨੇ। ਸਪਾਈਕ ਇਨਫਲੋਰੇਸੈਂਸ ਦੀ ਟਾਈਪ ਹੁੰਦੀ ਹੈ। ਠੀਕ ਹੈ, ਮਤਲਬ ਫੁੱਲਾਂ ਦੇ ਅਰੇਂਜਮੈਂਟ ਨੂੰ ਆਪਾਂ ਇਨਫਲੋਰੇਸੈਂਸ ਕਹਿੰਦੇ ਹਾਂ, ਅਤੇ ਉਹਦੀ ਇੱਕ ਟਾਈਪ ਹੈ ਸਪਾਈਕ। ਤਾਂ ਸਪਾਈਕ ਦੇ ਉੱਪਰ ਵੀ ਸਪੋਰ ਹੋ ਸਕਦੀਆਂ ਨੇ। ਉਹਦੀ ਐਗਜ਼ਾਮਪਲ ਹੈ ਸਿਲੈਜੀਨੈਲਾ ਅਤੇ ਲਾਈਕੋਪੋਡੀਅਮ। ਠੀਕ ਹੈ, ਅਤੇ ਸਪਰੰਜੀਓਫੋਰ। ਠੀਕ ਹੈ ਜੀ, ਉਸ ਤੋਂ ਬਾਅਦ ਆਉਂਦਾ ਆਪਣੇ ਕੋਲ ਸਪਰੰਜੀਓਕਾਰਪਸ, ਸਪੋਰੋਕਾਰਪਸ। ਸਪੋਰੋਕਾਰਪਸ ਤੋਂ ਭਾਵ ਹੈ ਫਰੂਟ ਜਿਹਦੇ ਉੱਪਰ ਸਪੋਰ ਲੱਗੀਆਂ ਹੋਣ। ਠੀਕ ਹੈ, ਕਾਰਪਸ ਨੂੰ ਆਪਾਂ ਫਰੂਟ ਕਹਿੰਦੇ ਹਾਂ, ਤਾਂ ਇਹਦੀ ਐਗਜ਼ਾਮਪਲ ਹੈ ਮਾਰਸੈਲੀਆ। ਫਿਰ ਹੈ ਡਿਪੈਂਡਿੰਗ ਅਪੋਨ ਦਾ ਡਿਵੈਲਪਮੈਂਟ ਆਫ ਸਪਰੰਜੀਆ ਟੈਰੀਡੋਫਾਈਟਸ ਆਰ। ਮਤਲਬ ਜਿਹੜਾ ਸਪਰੰਜੀਆ ਹੈਗਾ ਉਹਦੇ ਡਿਵੈਲਪਮੈਂਟ ਦੇ ਅਨੁਸਾਰ, ਠੀਕ ਹੈ ਜੀ, ਜਿਹੜੇ ਟਰੀਡੋਫਾਈਟਸ ਨੇ ਉਹ ਫਿਰ ਦੋ ਤਰ੍ਹਾਂ ਦੇ ਨੇ। ਪਹਿਲੇ ਹੈਗੇ ਨੇ ਲੈਪਟੋਸਪਰੰਜੀਏਟ। ਲੈਪਟ ਤੋਂ ਭਾਵ ਹੁੰਦਾ ਕਿ ਜਿਹੜੇ ਸਿੰਗਲ ਸੈੱਲ ਤੋਂ ਡਿਵੈਲਪ ਹੋਣ। ਠੀਕ ਹੈ, ਜਿਹੜੇ ਗਰੁੱਪ ਆਫ ਸੈੱਲ ਤੋਂ ਡਿਵੈਲਪ ਹੋਣ ਉਸ ਨੂੰ ਬੋਲਾਂਗੇ ਯੂਸਪਰੰਜੀਏਟ। ਓਕੇ, ਠੀਕ ਹੈ ਜੀ, ਇਹ ਹੋ ਗਿਆ ਡਿਵੈਲਪਮੈਂਟ ਆਫ ਸਪਰੰਜੀਆ ਦੇ ਬੇਸ ਦੇ ਉੱਪਰ ਟਰੀਡੋਫਾਈਟ ਦੀਆਂ ਟਾਈਪਸ। ਲੈਪਟੋ ਯਾਨੀ ਕਿ ਸਿੰਗਲ ਸੈੱਲ ਤੋਂ, ਅਤੇ ਯੂਸਪਰੰਜੀਏਟ ਯਾਨੀ ਕਿ ਮਲਟੀਪਲ ਸੈੱਲ ਤੋਂ। ਫਿਰ ਆਉਂਦਾ ਟਰੀਡੋਫਾਈਟਸ ਮੇ ਬੀ ਹੋਮੋਸਪੋਰਸ। ਹੋਮੋਸਪੋਰਸ ਤੋਂ ਭਾਵ ਹੁੰਦਾ ਕਿ ਜਿਹੜੀਆਂ ਵੀ ਇਹ 'ਚ ਸਪੋਰ ਬਣਦੀਆਂ ਨੇ ਉਹ ਸਾਰੀਆਂ ਇੱਕੋ ਸਾਈਜ਼ ਦੀਆਂ, ਇੱਕੋ ਟਾਈਪ ਦੀਆਂ ਹੁੰਦੀਆਂ ਨੇ। ਇਹਦੀ ਐਗਜ਼ਾਮਪਲ ਹੈ ਲਾਈਕੋਪੋਡੀਅਮ ਅਤੇ ਟੈਰੀਡੀਅਮ। ਜਾਂ ਫਿਰ ਇਸ ਤੋਂ ਬਾਅਦ ਆਉਂਦਾ ਗਾ ਹੈਟਰੋਸਪੋਰਸ। ਓਕੇ, ਹੈਟਰੋਸਪੋਰਸ ਤੋਂ ਭਾਵ ਹੁੰਦਾ ਕਿ ਦੋ ਅਲੱਗ-ਅਲੱਗ ਤਰ੍ਹਾਂ ਦੀਆਂ ਸਪੋਰ ਬਣਦੀਆਂ ਨੇ। ਮੇਲ ਸਪੋਰ ਹੋਣਗੀਆਂ ਮਾਈਕਰੋ, ਠੀਕ ਹੈ ਜੀ, ਅਤੇ ਫੀਮੇਲ ਸਪੋਰ ਹੋਣਗੀਆਂ ਮੈਗਾਸਪੋਰਸ। ਇਹਦੀ ਐਗਜ਼ਾਮਪਲ ਹੋ ਗਈ ਸਿਲੈਜੀਨੇਲਾ ਅਤੇ ਮਾਰਸੀਲੀਆ। ਤਾਂ ਨਾਲ ਹੀ ਆਪਾਂ ਇੱਥੇ ਗੱਲ ਕਰ ਲਈਏ ਕਿ ਜਿਹੜੀ ਹੈਟਰੋਸਪੋਰੀ ਹੈ ਉਹ ਪਹਿਲੀ ਵਾਰ ਟਰੀਡੋਫਾਈਟ ਦੇ ਵਿੱਚ ਆਈ। ਮਤਲਬ ਇੱਥੋਂ ਸੀਡ ਦੀ ਸ਼ੁਰੂਆਤ ਇੱਕ ਤਰ੍ਹਾਂ ਦੀ ਮਤਲਬ ਹੋਣੀ ਸ਼ੁਰੂ ਹੋ ਗਈ। ਠੀਕ ਹੈ ਜੀ, ਕਿਉਂਕਿ ਸੀਡ ਜਿਹੜਾ ਓਰੀਜਨਲ ਬਣਿਆ ਸੀ ਉਹ ਬਣਿਆ ਸੀ ਜਿਮਨੋਸਪਰਮ ਦੇ ਵਿੱਚ ਪਹਿਲੀ ਵਾਰ, ਪਰ ਉਹਦੀ ਸ਼ੁਰੂਆਤ ਹੋਈ ਹੈਟਰੋਸਪੋਰੀ ਕਰਕੇ ਕਿ ਡਿਫਰੈਂਟ ਸਾਈਜ਼ ਦੀਆਂ ਸਪੋਰ ਜਿਹੜੀਆਂ ਬਣਦੀਆਂ ਨੇ ਉਹਨੂੰ ਹੈਟਰੋਸਪੋਰੀ ਕਿਹਾ, ਅਤੇ ਇਹ ਟਰੀਡੋਫਾਈਟ ਦੇ ਵਿੱਚ ਹੋਈ। ਨੈਕਸਟ ਆਪਾਂ ਗੱਲ ਕਰੀਏ ਜਿਹੜੀ ਸਪੋਰ ਆ ਉਹਦਾ ਕੀ ਹੁੰਦਾ ਹੈ ਨਾ। ਜਿਹੜੀ ਸਪੋਰ ਹੈ ਉਹ ਜਰਮੀਨੇਟ ਕਰਦੀ ਹੈ ਟੂ ਫਾਰਮ ਆ ਗੈਮੀਟੋਫਾਈਟ। ਤਾਂ ਟੈਰੀਡੋਫਾਈਟ ਦਾ ਜਿਹੜਾ ਗੈਮੀਟੋਫਾਈਟ ਹੁੰਦਾ ਹੈ, ਯਾਨੀ ਕਿ ਗੈਮੀਟ ਬੀਰਿੰਗ ਪਲਾਂਟ ਨੂੰ ਆਪਾਂ ਗੈਮੀਟੋਫਾਈਟ ਕਹਿੰਦੇ ਹਾਂ। ਓਕੇ, ਤਾਂ ਉਸ ਨੂੰ ਪ੍ਰੋਥੈਲਸ ਕਿਹਾ ਜਾਂਦਾ ਹੈ। ਠੀਕ ਹੈ ਜੀ, ਇਨ ਹੋਮੋਸਪੋਰਸ ਟੈਰੀਡੋਫਾਈਟਸ ਗੈਮੀਟੋਫਾਈਟ ਇਜ਼ ਵੈਲ ਡਿਵੈਲਪ ਐਗਜ਼ੋਸਪੋਰਿਕ। ਐਗਜ਼ੋਸਪੋਰਿਕ ਤੋਂ ਭਾਵ ਹੈ ਨਾਟ ਕਵਰਡ ਬਾਏ ਵਾਲ, ਇਹਦੇ ਉੱਪਰ ਕੋਈ ਵਾਲ ਨਹੀਂ ਹੁੰਦੀ। ਠੀਕ ਹੈ, ਇਹ ਮੋਨੋਸੀਅਸ ਹੁੰਦੇ ਨੇ। ਮੋਨੋਸੀਅਸ ਤੋਂ ਭਾਵ ਹੁੰਦਾ ਕਿ ਦੋਨੇ ਸੈਕਸ ਇੱਕ ਬੋਡੀ 'ਚ ਹੀ ਹੁੰਦੇ ਨੇ, ਅਤੇ ਪ੍ਰੋਟੈਂਡਰਸ ਹੁੰਦੇ ਨੇ। ਪ੍ਰੋਟੈਂਡਰਸ ਤੋਂ ਭਾਵ ਹੈ ਕਿ ਮੇਲ ਪਹਿਲਾਂ ਮੈਚਿਓਰ ਹੁੰਦਾ ਹੈ। ਅਤੇ ਉਸ ਤੋਂ ਬਾਅਦ ਇਨ ਹੈਟਰੋਸਪੋਰਸ ਯਾਨੀ ਕਿ ਜਿਹਨਾਂ 'ਚ ਸਪੋਰ ਦੋ ਅਲੱਗ-ਅਲੱਗ ਸਾਈਜ਼ ਦੀਆਂ ਬਣਦੀਆਂ ਨੇ, ਉਹਨਾਂ ਦੇ ਵਿੱਚ ਜੋ ਗੈਮੀਟੋਫਾਈਟ ਹੁੰਦਾ ਦੈਟ ਇਜ਼ ਐਂਡੋਸਪੋਰਿਕ। ਮਤਲਬ ਇਹਦੇ ਉੱਪਰ ਵਾਲ ਹੁੰਦੀ ਹੈ, ਅਤੇ ਇਹ ਡਾਇਓਸੀਅਸ ਹੁੰਦੇ ਹਨ। ਡਾਇਓਸੀਅਸ ਤੋਂ ਭਾਵ ਹੈ ਯੂਨੀਸੈਕਸ਼ੁਅਲ, ਮਤਲਬ ਮੇਲ ਅਲੱਗ ਫੀਮੇਲ ਅਲੱਗ। ਸੈਕਸ ਔਰਗਨ ਦੀ ਆਪਾਂ ਗੱਲ ਕਰੀਏ ਤਾਂ ਸੈਕਸ ਔਰਗਨ ਇਹਦੇ ਵਿੱਚ ਹੁੰਦਾ ਐਂਥਰੀਡੀਆ ਮੇਲ ਦਾ ਔਰਗਨ। ਫੀਮੇਲ ਦੇ ਔਰਗਨ ਨੂੰ ਕਹਿੰਦੇ ਨੇ ਆਰਕੀਗੋਨੀਆ। ਠੀਕ ਹੈ ਜੀ, ਇਹ ਮਲਟੀ ਸੈਲੂਲਰ ਹੁੰਦੇ ਨੇ, ਜਾਣੀ ਕਿ ਜ਼ਿਆਦਾ ਸੈੱਲ ਦੇ ਬਣੇ ਹੁੰਦੇ ਨੇ ਇੱਕ ਤੋਂ, ਅਤੇ ਜੈਕੇਟਡ ਹੁੰਦੇ ਨੇ ਮਤਲਬ ਕਵਰਡ ਹੁੰਦੇ ਨੇ। ਓਕੇ, ਜਿਹੜਾ ਆਰਕੀਗੋਨੀਆ ਹੈ ਉਹਦੇ ਵਿੱਚ ਆਰਕੀਗੋਨੀਅਲ ਨੈਕ ਜਿਹੜੀ ਹੁੰਦੀ ਹੈ ਉਹਦੇ ਵਿੱਚ 4 ਰੋਜ਼ ਹੁੰਦੀਆਂ ਨੇ, ਮਤਲਬ 4 ਲਾਈਨਾਂ ਹੁੰਦੀਆਂ ਨੇ। ਐਂਥੀਰੋਜੋਆਇਡ ਮੇਲ ਦੇ ਸਪਰਮ ਨੂੰ ਕਿਹਾ ਜਾਂਦਾ ਹੈ ਟਰੀਡੋਫਾਈਟਸ ਦੇ ਵਿੱਚ। ਠੀਕ ਹੈ, ਤਾਂ ਇਹ ਫਲੈਜਲੇਟ ਹੁੰਦੇ ਨੇ, ਮਤਲਬ ਫਲੈਜੈਲਾ ਲੱਗਿਆ ਹੁੰਦਾ ਟੂ ਮੂਵ ਐਂਡ ਰਿਕੁਆਇਰ ਐਨ ਐਕਸਟਰਨਲ ਸਪਲਾਈ ਆਫ ਵਾਟਰ। ਮਤਲਬ ਟਰੀਡੋਫਾਈਟਸ ਦੇ ਵਿੱਚ ਜਿਹੜਾ ਸਪਰਮ ਹੈ ਉਸ ਨੂੰ ਮੂਵ ਕਰਨ ਦੇ ਲਈ ਪਾਣੀ ਦੀ ਲੋੜ ਹੁੰਦੀ ਹੈ। ਠੀਕ ਹੈ ਜੀ, ਇਸ ਕਰਕੇ ਜਿਹੜੇ ਟਰੀਡੋਫਾਈਟਸ ਨੇ ਉਹ ਸਿਰਫ ਉਹਨਾਂ ਜਗ੍ਹਾ ਦੇ ਉੱਪਰ ਹੀ ਮਿਲਦੇ ਨੇ ਜਿੱਥੇ ਪਾਣੀ
ਭਰਪੂਰ ਮਾਤਰਾ ਦੇ ਵਿੱਚ ਉਪਲਬਧ ਹੋਵੇ। ਓਕੇ, ਐਂਬਰੀਓ ਇਜ਼ ਪ੍ਰੈਜ਼ੈਂਟ, ਮਤਲਬ ਇਸ ਕਰਕੇ ਆਪਾਂ ਨੂੰ ਐਂਬਰੀਓਫਾਈਟ ਵੀ ਕਹਿੰਦੇ ਆ। ਠੀਕ ਹੈ, ਐਂਬਰੀਓ ਐਂਡੋਸਪੋਰਿਕ ਹੁੰਦਾ ਹੈ ਔਰ ਐਗਜ਼ੋਸਪੋਰਿਕ ਵੀ ਹੋ ਸਕਦਾ ਹੈ। ਐਂਡੋਸਪੋਰਿਕ ਮਤਲਬ ਉਹਦੇ ਉੱਪਰ ਵॉल ਹੋਵੇਗੀ ਤੇ ਐਗਜ਼ੋ ਮਤਲਬ ਵॉल ਨਹੀਂ ਵੀ ਹੋ ਸਕਦੀ। ਦ ਆਲਟਰਨੇਸ਼ਨ ਆਫ ਜਨਰੇਸ਼ਨ ਇਜ਼ ਹੈਟਰੋਮੋਰਫਿਕ। ਆਲਟਰਨੇਸ਼ਨ ਆਫ ਜਨਰੇਸ਼ਨ ਤੋਂ ਭਾਵ ਹੁੰਦਾ ਕਿ ਇੱਕ ਵਾਰ ਗੈਮੀਟੋਫਾਈਟ ਹੋਵੇਗਾ, ਇੱਕ ਵਾਰ ਸਪੋਰੋਫਾਈਟ ਹੋਵੇਗਾ। ਇਹ ਦੋ ਫੇਜ਼ ਹੁੰਦੇ ਨੇ ਇਹਦੇ, ਤਾਂ ਇਸ ਨੂੰ ਆਪਾਂ ਆਲਟਰਨੇਸ਼ਨ ਆਫ ਜਨਰੇਸ਼ਨ ਕਹਿੰਦੇ ਹਾਂ। ਹੁਣ ਆਪਾਂ ਗੱਲ ਕਰੀਏ ਇਹਦੇ ਹੈਬਿਟੈਟ ਦੀ, ਯਾਨੀ ਕਿ ਰਹਿਣ ਦੇ ਸਥਾਨ ਦੀ। ਸੋ ਮੋਸਟਲੀ ਜਿਹੜੇ ਟ੍ਰੀਡੋਫਾਈਟਸ ਨੇ ਦੇ ਆਰ ਟੈਰਿਸਟੇਰੀਅਲ, ਮਤਲਬ ਲੈਂਡ ਦੇ ਉੱਪਰ ਹੁੰਦੇ ਨੇ। ਗਰੋਇੰਗ ਇਨ ਦਾ ਮੋਇਸਟ ਐਂਡ ਸ਼ੇਡੀ ਪਲੇਸਿਸ, ਜਿੱਥੇ ਛਾਂ ਹੋਵੇ ਤੇ ਪਾਣੀ ਮਤਲਬ ਨਮੀ ਹੋਵੇ ਹੈ ਨਾ ਮਿੱਟੀ ਦੇ ਵਿੱਚ। ਸਮ ਆਰ ਐਕੁਆਟਿਕ, ਮਤਲਬ ਕੁਛ ਪਾਣੀ ਵਿੱਚ ਵੀ ਹੁੰਦੇ ਨੇ ਪਿਓਰਲੀ। ਉਹਦੀ ਐਗਜ਼ਾਮਪਲ ਹੈ ਅਜੋਲਾ ਤੇ ਮਾਰਸੀਲੀਆ। ਐਂਡ ਸਮ ਆਰ ਦਾ ਐਪੀਫਾਈਟਿਕ। ਐਪੀਫਾਈਟਿਕ ਤੋਂ ਭਾਵ ਹੁੰਦਾ ਹੈ ਉਹ ਵਾਲੇ ਪਲਾਂਟ ਜੋ ਕਿਸੇ ਹੋਰ ਪਲਾਂਟ ਦੇ ਉੱਪਰ ਹੋਣ, ਬਟ ਉਹ ਪੈਰਾਸਾਈਟ ਨਹੀਂ ਹੋਣਗੇ, ਮਤਲਬ ਇਹ ਨਿਊਟ੍ਰੀਸ਼ਨ ਆਪਣਾ ਹੀ ਬਣਾਉਣਗੇ। ਐਗਜ਼ਾਮਪਲ ਹੈ ਲਾਈਕੋਪੋਡੀਅਮ। ਠੀਕ ਹੈ ਜੀ। ਫਿਰ ਹੈ ਮੋਸਟਲੀ ਟੈਰੀਡੋਫਾਈਟਸ ਆਰ ਹਰਬੇਸੀਅਸ, ਮਤਲਬ ਇਹ ਨॉन ਵੁੱਡੀ ਪਲਾਂਟ ਹੁੰਦੇ ਨੇ। ਐਗਜ਼ਾਮਪਲ ਆ ਗਈ ਇਹਦੀ ਸਿਲੈਜੀਨੇਲਾ। ਤੇ ਕੁਝ ਪੈਰੀਨੀਅਲ ਟਰੀ ਵੀ ਹੋ ਸਕਦੇ ਨੇ, ਉਹਦੀ ਐਗਜ਼ਾਮਪਲ ਆ ਗਈ ਐਂਜੀਓਟੈਰਿਸ। ਫਿਰ ਹੈ ਸਮੋਲੈਸਟ ਟੈਰੀਡੋਫਾਈਟ, ਇਹ ਹੈਗਾ ਅਜੋਲਾ। ਠੀਕ ਹੈ, ਇਹ ਪੇਪਰ 'ਚ ਪੁੱਛਿਆ ਜਾ ਸਕਦਾ ਹੈਗਾ ਕਿ ਸਭ ਤੋਂ ਛੋਟਾ ਟੈਰੀਡੋਫਾਈਟ ਕਿਹੜਾ ਹੁੰਦਾ ਹੈਗਾ, ਆਨਸਰ ਅਜੋਲਾ। ਤੇ ਲਾਰਜੈਸਟ ਟੈਰੀਡੋਫਾਈਟ ਹੁੰਦਾ ਹੈਗਾ ਆਲਸੋਫਿਲੀਆ। ਓਕੇ, ਫਿਰ ਹੈ ਰਾਈਨੀਆ, ਲੀਫਲੈਸ ਰਾਈਜ਼ੋਇਡ ਬੀਰਿੰਗ ਐਂਡ ਲੈਪੀਡੋਡੈਂਡਰੋਨ ਆਰ ਫੋਸਿਲ ਟੈਰੀਡੋਫਾਈਟਸ। ਮਤਲਬ ਕੀ ਹੈ ਕਿ ਜਿਹੜਾ ਰਾਈਨੀਆ ਹੈ ਤੇ ਨਾਲ ਲੈਪੀਡੋਡੈਂਡਰੋਨ ਹੈ, ਇਹ ਫੋਸਿਲ ਨੇ। ਠੀਕ ਹੈ, ਇਹਦੇ ਰਿਕਾਰਡਸ ਆਪਣੇ ਕੋਲ ਉਪਲਬਧ ਨੇ, ਤਾਂ ਇਹਨੂੰ ਫੋਸਿਲ ਟੈਰੀਡੋਫਾਈਟ ਕਿਹਾ ਜਾਂਦਾ, ਜੋ ਪੁਰਾਣੇ ਸਮੇਂ ਵਿੱਚ ਹੁੰਦੇ ਸੀ ਬਟ ਹੁਣ ਨਹੀਂ ਹੈਗੇ। ਨੈਕਸਟ ਆਪਾਂ ਗੱਲ ਕਰਾਂਗੇ ਇਹਦੇ 'ਚ ਸਟੀਲਰ ਸਿਸਟਮ ਦੀ। ਠੀਕ ਹੈ ਜੀ। ਵਾਸਕੂਲਰ ਟਿਸ਼ੂ ਹੈਵ ਦੇਅਰ ਓਰੀਜਨ ਇਨ ਦਾ ਟੈਰੀਡੋਫਾਈਟ, ਮਤਲਬ ਵਾਸਕੂਲਰ ਟਿਸ਼ੂ ਯਾਨੀ ਕਿ ਜਿਹੜਾ ਜ਼ਾਈਲਮ ਫਲੋਇਮ ਹੈ ਉਹ ਪਹਿਲੀ ਵਾਰ ਟੈਰੀਡੋਫਾਈਟ ਦੇ ਵਿੱਚ ਹੀ ਆਇਆ। ਓਕੇ, ਇਸ ਤੋਂ ਜਿਹੜੇ ਪਹਿਲੇ ਪਲਾਂਟ ਸੀ ਉਹ ਨॉन ਵਾਸਕੂਲਰ ਸੀਗੇ, ਬ੍ਰਾਇਓਫਾਈਟਸ। ਠੀਕ ਹੈ, ਵੌਨ ਥੇਗਮ ਤੇ ਡੋਲੀਆਟ ਪ੍ਰਪੋਜ਼ਡ ਸਟੀਲਰ ਥਿਊਰੀ, ਮਤਲਬ ਇਹਨਾਂ ਦੋਨਾਂ ਨੇ ਸਿਧਾਂਤ ਦਿੱਤਾ ਕਿ ਇਹਨਾਂ ਦੇ ਵਿੱਚ ਸਟੀਲਰ ਸਿਸਟਮ ਹੁੰਦਾ ਹੈ, ਯਾਨੀ ਕਿ ਜ਼ਾਈਲਮ ਫਲੋਇਮ ਦੇ ਅਰੇਂਜਮੈਂਟ ਨੂੰ ਆਪਾਂ ਸਟੀਲਰ ਸਿਸਟਮ ਕਹਿੰਦੇ ਆ। ਓਕੇ, ਸੋ ਸਟੀਲ ਕੀ ਹੋਗਾ, ਇਟ ਇਜ਼ ਅ ਕਾਲਮ containing vascular tissue which is surrounded by pericycle of the plant। stem ਦਾ ਪਾਰਟ ਹੁੰਦਾ ਹੈ ਪੈਰੀਸਾਈਕਲ। ਓਕੇ, ਫਿਰ ਸਟੀਲ ਜਿਹੜਾ ਹੈਗਾ ਉਹਦੀਆਂ ਕੁਝ ਟਾਈਪਸ ਹੁੰਦੀਆਂ ਨੇ। ਪਹਿਲਾ ਹੈਗਾ ਪ੍ਰੋਟੋ ਸਟੀਲ। ਪ੍ਰੋਟੋ ਸਟੀਲ ਤੋਂ ਭਾਵ ਹੁੰਦਾ ਨॉन ਮੈਡੂਲੇਟਡ, ਮੋਸਟ ਪ੍ਰੀਮਿਟਿਵ ਹੁੰਦਾ, ਇਹ ਸਭ ਤੋਂ ਪੁਰਾਣਾ ਹੁੰਦਾ ਕਿ ਇਸ ਕਰਕੇ ਉਹ ਪ੍ਰੋਟੋ ਸਟੀਲ ਕਹਿੰਦੇ ਨੇ। ਇਹਦੇ 'ਚ ਪਿੱਥ ਨਹੀਂ ਹੁੰਦੇ। ਪਿੱਥ ਹੁੰਦੀ ਹੈਗੀ ਮਤਲਬ ਖਾਲੀ ਜਗ੍ਹਾ ਜਿਹੜੀ ਬਿਲਕੁਲ ਸੈਂਟਰ ਦੇ ਵਿੱਚ ਹੁੰਦੀ ਹੈ, ਹੋਲੋ ਸਪੇਸ। ਠੀਕ ਹੈ, ਉਹ ਇਸ ਦੇ ਫਲੋਇਮ ਦੇ ਜਾਂ ਜ਼ਾਈਲਮ ਦੇ ਵਿੱਚ ਨਹੀਂ ਹੁੰਦੀ, ਇਸ ਕਰਕੇ ਲਿਖਿਆ ਪਿੱਥ ਇਜ਼ ਐਬਸੈਂਟ। ਇਟ ਕੰਸਿਸਟ ਆਫ ਸੈਂਟਰਲ ਕੋਰ ਆਫ ਜ਼ਾਈਲਮ ਵਿਚ ਇਜ਼ ਸਰਾਊਂਡਡ ਬਾਈ ਫਲੋਇਮ ਐਂਡ ਪੈਰੀਸਾਈਕਲ, ਮਤਲਬ ਸੈਂਟਰ ਵਿੱਚ ਜ਼ਾਈਲਮ ਹੋਵੇਗਾ, ਉਸਦੇ ਆਸੇ-ਪਾਸੇ ਫਲੋਇਮ ਤੇ ਪੈਰੀਸਾਈਕਲ ਹੋਵੇਗਾ। ਤੇ ਇਸ ਦੀ ਐਗਜ਼ਾਮਪਲ ਹੈ ਆਪਣੇ ਕੋਲ ਰਾਈਨੀਆ ਤੇ ਸਿਲੈਜੀਨੇਲਾ। ਓਕੇ, ਅੱਗੇ ਇਸ ਦੇ ਵੀ ਟਾਈਪਸ ਨੇ ਪ੍ਰੋਟੋ ਸਟੀਲ ਦੀਆਂ। ਪਹਿਲੀ ਟਾਈਪ ਹੈ ਹੈਪਲੋਸਟੀਲ। ਹੈਪਲੋਸਟੀਲ 'ਚ ਕੀ ਹੈ, ਸਮੂਥ ਜ਼ਾਈਲਮ ਕੋਰ ਇਜ਼ ਸਰਾਊਂਡਡ ਬਾਈ ਫਲੋਇਮ। ਠੀਕ ਹੈ ਜੀ, ਸੈਂਟਰ ਦੇ ਵਿੱਚ ਕੀ ਹੈ, ਬਿਲਕੁਲ ਸਮੂਥ ਜ਼ਾਈਲਮ ਹੈ ਤੇ ਉਹਦੇ ਆਸੇ-ਪਾਸੇ ਫਲੋਇਮ ਹੈ। ਐਗਜ਼ਾਮਪਲ ਹੈ ਸਿਲੈਜੀਨੇਲੀਆ, ਕ੍ਰਾਈਸੋਕੋਲਸ। ਓਕੇ, ਨੈਕਸਟ ਦੀ ਟਾਈਪ ਹੈਗੀ ਐਕਟੀਨੋਸਟੀਲ। ਇਸ ਜਗ੍ਹਾ ਜ਼ਾਈਲਮ ਇਜ਼ ਅ ਸਟੈਲੇਟ ਐਂਡ ਸਰਾਊਂਡਡ ਬਾਈ ਫਲੋਇਮ, ਜਿਹੜਾ ਜ਼ਾਈਲਮ ਹੈ ਕੋਈ ਸੈਟੇਲਾਈਟ ਦੀ ਫਾਰਮ ਦੇ ਵਿੱਚ ਅਵੇਲੇਬਲ ਹੈ। ਠੀਕ ਹੈ, ਤੇ ਉਹਦੇ ਆਸੇ-ਪਾਸੇ ਫਲੋਇਮ ਹੈ। ਇਹਦੀ ਐਗਜ਼ਾਮਪਲ ਹੈਗੀ ਲਾਈਕੋਪੋਡੀਅਮ, ਸੈਰੇਟਮ। ਠੀਕ ਹੈ ਜੀ, ਤੁਸੀਂ ਇਮੇਜ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਇਹ ਸਾਰੇ ਸਟੀਲਰ ਸਿਸਟਮ ਦਿਖਦੇ ਨੇ। ਫਿਰ ਆਉਂਦਾ ਪਲੈਕਟੋਸਟੀਲ। ਪਲੈਕਟੋਸਟੀਲ 'ਚ ਕੀ ਹੈ, ਸਟ੍ਰਿਪਸ ਔਰ ਬੈਂਡਸ ਬਣੇ ਹੁੰਦੇ ਨੇ ਜ਼ਾਈਲਮ ਦੇ। ਠੀਕ ਹੈ, ਤੇ ਹਰ ਬੈਂਡ ਦੇ ਆਸੇ-ਪਾਸੇ ਹੈਗਾ ਫਲੋਇਮ। ਐਗਜ਼ਾਮਪਲ ਹੈ ਲਾਈਕੋਪੋਡੀਅਮ ਵੋਲੂਬਾਈਲ। ਨੈਕਸਟ ਆਉਂਦਾ ਮਿਕਸਡ ਪ੍ਰੋਟੋਸਟੀਲ। ਇਸ ਦੇ ਵਿੱਚ ਜਿਹੜਾ ਗਰੁੱਪ ਜ਼ਾਈਲਮ ਹੈ ਉਸਦੇ ਗਰੁੱਪ ਹੁੰਦੇ ਨੇ ਇਰੈਗੂਲਰ। ਠੀਕ ਹੈ, ਤੇ ਆਸੇ-ਪਾਸੇ ਹੁੰਦਾ ਫਲੋਇਮ। ਐਗਜ਼ਾਮਪਲ ਲਾਈਕੋਪੋਡੀਅਮ ਸਰਮਮ। ਫਿਰ ਹੈ ਸਿਫੋਨੋਸਟੀਲ। ਜਿਹੜਾ ਸਿਫੋਨੋਸਟੀਲ ਹੈ ਮੈਡੂਲੇਟਡ ਹੁੰਦਾ, ਇਹਦੇ 'ਚ ਰੇਜ਼ ਪ੍ਰੈਜ਼ੈਂਟ ਹੁੰਦੀਆਂ ਨੇ। ਠੀਕ ਹੈ, ਅ ਪ੍ਰੋਟੋਸਟੀਲ ਵਿਦ ਸੈਂਟਰਲ ਪਿੱਥ, ਮਤਲਬ ਇੱਕ ਪ੍ਰੋਟੋਸਟੀਲ ਹੀ ਹੈ ਇਹ, ਸੈਂਟਰ ਦੇ ਵਿੱਚ ਇਹਦੇ ਪਿੱਥ ਹੈਗੀ ਹੈ। ਪਹਿਲੇ 'ਚ ਪਿੱਥ ਆਪਾਂ ਐਬਸੈਂਟ ਕਿਹਾ ਸੀ।
ओके। लीफ गैप्स आर एबसेंट, लीफ गैप इहदे च नहीं हुंदे। ओके, इहदे अगे फिर दो टाइप ने। पहला अपने कोल हैगा कि एक्टोफ्लोइक सिफोनोस्टील। तो एक्टो मतलब बाहर, फ्लोइक मतलब फ्लोएम, ठीक है। सेंट्रल पिथ सराउंडेड सक्सेसिवली बाय जाइलम, फ्लोएम एंड पेरीसाइकल, मतलब सेंटर च पिथ है, फिर जाइलम है, फिर फ्लोएम है, सब तो बाहर पेरीसाइकल है। एग्जाम्पल है ऑसमुंडा। नैक्सट आंदा गा एम्फीफ्लोइक सिफोनोस्टील। ये जगह पिथ इज सेंट्रल, जाइलम इज सराउंडेड ऑन ईदर साइड बाय द फ्लोएम, ठीक है। पिथ सेंटर दे विच है, दोनों साइड ते जाइलम है, जाइलम दे दोनों साइड ते फ्लोएम है। उस तो बाद पेरीसाइकल है। एग्जाम्पल है मार्सिलिया स्टेम, राइजोम, ठीक है, एंड राइजोम ऑफ एडियंटम पेडेटम, जिहड़ा एडियंटम इहनूं वाकिंग फर्न भी कहा जाता है। नैक्सट टाइप आती है नंबर 3 अपने को सोलिनोस्टील। सिमिलर टू सिफोनोस्टील है ये। इट हैज़ ਸਕੈਟਰਡ ਲੀਫ गैप्स, मतलब बिखरे हुए अलग अलग जगह के उपर लीफ गैप्स होंगे ने। सो इन ट्रांसवर्स सैक्शन इट अपीयर हॉर्स शू शेप्ड। ओके, जिहड़ा सोलिनो स्टील है हॉर्स शू की तरह दिखता गा। नंबर 4th टाइप है अपने को डिक्टियो स्टील। तो डिक्टियो स्टील की है, स्टील विद ओवरलैपिंग लीफ गैप्स। पहला आपां कहा सी बिखरे हुए लीफ गैप, हुण हैगे ने ओवरलैपिंग एक दूजे के उपर। इट कंसिस्ट ऑफ मैरी स्टील अरेंज्ड इन इररेगुलर रिंग्स, ठीक है, ईच विद प्रोटोस्टीलिक स्ट्रक्चर। एग्जाम्पल अपने को है इसकी ड्रायोटेरिस ते टेरिडियम, ठीक है जी। हुण आपां गल करांगे कि टेरिडोफाइट्स नूं किस तरह क्लासीफाई किया जाता है। तो क्लासीफिकेशन दे विच इसदे आंदा है मोस्टली साइंटिस्ट डिवाइड टेरिडोफाइट्स इनटू 4 मेजर सब फाइलम्स। 4 सब फाइलम दे विच इसनूं डिवाइड किया है, ठीक है। टिप्पो ने 1992 दे विच, पूरा नाम है ओसवाल्ड टिप्पो। तो पहला सब फाइलम है अपने को साइलोप्सिडा। इस की है दीज आर द ओल्डेस्ट, सब तो पुराने टेरिडोफाइट्स ने, सिंपलेस्ट वास्कुलर प्लांट ने, दैट ओरिजिनेट डूरिंग सिल्यूरियन एंड डिवोनियन पीरियड ऑफ पेलियोजोइक एरा। इस दे विच ट्रू रूट्स ने, ट्रू रूट्स एबसेंट सीगियां, ठीक है। तो रूट की तरह एक स्ट्रक्चर सी, नाम सी राइजोइड। उस तो बाद द राइजोम एंड द एरियल ब्रांचस वर डाइकोटमसली ब्रांच्ड, मतलब एरियल रूट्स सीगियां, ठीक है, एरियल ब्रांचस सीगियां तो डाइकोटमी मतलब अपोजिट साइड के उपर, दोनों साइड के उपर प्रेजेंट सी, उसनूं आपां डाइकोटमी बोलते हाँ। जिस तरह किसी ब्रांच के उपर, नोड के उपर दो पत्ते अपोजिट साइड के उपर लगे होण आमने सामने, तो उसनूं भी आपां डाइकोटमसली बोलते हाँ। ओके, स्परेंजिया वर बॉर्न एट द टिप ऑफ इरैक्ट ब्रांचस, ठीक है जी। इरैक्ट जी ब्रांच मतलब कोई सीधी ब्रांच होंदी है, उहदे पर स्परेंजिया लगे होंदे ने। स्परेंजिया दे विच स्पोर होंदियां ने जो जर्मीनेट होकर रीप्रोडक्शन करदियां ने। एग्जाम्पल है इसकी साइलोप्सिडा दी राइनिया, जिसनूं आपां फॉसिल मानते हाँ, तो दूसरी है साइलोटम, यह लिविंग प्लांट है, मतलब ये अज भी उपलब्ध है टेरिडोफाइटा। नैक्सट आता है अपने को सब फाइलम 2 जिसका नाम है लाइकोप्सिडा। दीज प्लांट्स डिवेलप डूरिंग डेवोनियन पीरियड ऑफ द पेलियोजोइक एरा। ओके, इस दे विच प्लांट बॉडी डिफरेंशिएट हो गई इंटू द ट्रू रूट्स, ट्रू स्टैम ते ट्रू लीव्स। इस तो पहला जिहड़ा फाइलम सब फाइलम पढ़िया आपां उस ट्रू रूट्स एबसेंट सी। ओके, द लिविंग फॉर्म्स आर माइक्रोफिलस, मतलब छोटे पत्ते सीगे, एंड द लीफ हैज़ अ सिंगल अनब्रांच्ड मिड वेन, मतलब जिहड़ा पत्ते दे विचाले सेंट्रल लाइन हुंदी है उसनूं आपां मिड वेन कहंदे हाँ, ठीक है। सो जो यह मिड वेन है यह अनब्रांच्ड है, सिंगल वेन है, ठीक है, मतलब ये कोई नैटवर्क वगैरह प्रेजेंट नहीं हुंदा। तो इसके जो पत्ते होंगे ने उहदे उपर स्परेंजिया हुंदा गा, तो आपां उहनूं स्पोरोफिल कहने आ, मतलब स्पोरोफिल हो गया लीफ जिसके उपर की लग्या होवे स्परेंजिया लग्या होवे। स्परेंजिया आर बॉर्न ऑन द अबैक्सीयल सरफेस, मतलब नीचे वाले सरफेस नूं आपां अबैक्सीयल कहने आ, ते उपर वाले सरफेस नूं पत्ते दे आपां अडैक्सीयल कहंदे हां। स्पोरोफिल यूजली फॉर्म कोन्स और स्ट्रोबिलस, जिहड़ा दा स्पोरोफिल हुंदा है तो एक कोन लाइक स्ट्रक्चर बनाता, उसनूं आपां स्ट्रोबिलस भी बोलते हैं। तो ये रीप्रोडक्टिव बॉडी हुंदी है। ये प्लांट्स आर होमोस्पोरस, मतलब इक्को तरह के स्पोर बनाते हैं
ਜਿਹੜਾ ਇਹ ਸਬ ਫਾਈਲਮ ਹੈ ਜੋ ਇਸ ਦੇ ਮੈਂਬਰ ਨੇ ਉਸ ਦੇ ਵਿੱਚ ਸਪੋਰ ਇੱਕੋ ਸਾਈਜ਼ ਦੀਆਂ ਹੁੰਦੀਆਂ ਨੇ। ਐਗਜ਼ਾਮਪਲ ਲਾਈਕੋਪੋਡੀਅਮ, ਠੀਕ ਹੈ, ਜਾਂ ਫਿਰ ਡਿਫਰੈਂਟ ਸਪੋਰ ਵੀ ਹੋ ਸਕਦੇ ਨੇ ਡਿਫਰੈਂਟ ਸਾਈਜ਼ ਦੀਆਂ, ਤਾਂ ਉਸ ਨੂੰ ਆਪਾਂ ਹੈਟਰੋਸਪੋਰਸ ਕਹਾਂਗੇ। ਉਹਦੀ ਐਗਜ਼ਾਮਪਲ ਹੈ ਸੈਲੈਜੀਨੇਲਾ, ਠੀਕ ਹੈ ਜੀ। ਇਹੀ ਕੁਐਸਚਨ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ ਕਿ ਵਿਚ ਆਫ ਦਾ ਫੋਲੋਇੰਗ ਇਜ਼ ਹੋਮੋਸਪੋਰਸ ਔਰ ਹੈਟਰੋਸਪੋਰਸ। ਬਹੁਤ ਮੇਜਰ ਕੁਐਸਚਨ ਹੈ ਤੁਹਾਡੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਾਸਤੇ। ਸਬ ਫਾਈਲਮ ਥਰਡ ਆਪਣਾ ਹੁੰਦਾ ਸਫੀਨੋਪਸਿਡਾ। ਇਹਦੇ 'ਚ ਕੀ ਹੈਗਾ, ਸਟੈਮ ਹੈਜ਼ ਨੋਡਸ ਐਂਡ ਇੰਟਰਨੋਡਸ। ਓਕੇ, ਨੋਡ ਹੁੰਦੀ ਹੈ ਉਹ ਪਾਰਟ ਜਿਸ ਦੇ ਉੱਪਰ ਕੋਈ ਵੀ ਬ੍ਰਾਂਚ ਹੋਵੇ, ਠੀਕ ਹੈ, ਅਤੇ ਦੋ ਨੋਡ ਦੇ ਵਿਚਾਲੇ ਜੋ ਜਗ੍ਹਾ ਹੁੰਦੀ ਹੈ ਉਸ ਨੂੰ ਇੰਟਰਨੋਡ ਕਿਹਾ ਜਾਂਦਾ ਹੈ। ਤਾਂ ਨੋਡ ਅਤੇ ਇੰਟਰਨੋਡ ਸਿਰਫ ਸਟੈਮ ਦੇ ਉੱਪਰ ਹੀ ਹੁੰਦੀ ਹੈ ਕਿਸੇ ਵੀ ਪਲਾਂਟ ਦੇ ਵਿੱਚ। ਲੀਵਸ ਆਰ ਸਮੋਲ, ਇਹਦੇ ਜਿਹੜੇ ਸਫੀਨੋਪਸਿਡਾ ਨੇ ਇਹਦੇ 'ਚ ਸਮੋਲ ਲੀਫ ਨੂੰ ਆਪਾਂ ਮਾਈਕਰੋਫਿਲਸ ਕਹਾਂਗੇ, ਠੀਕ ਹੈ, ਐਂਡ ਇਹ ਸਕੇਲੀ ਹੁੰਦੇ ਨੇ। ਅਰੇਂਜ ਇਨ ਦਾ ਵਰਲਸ, ਵਰਲਸ ਮਤਲਬ ਇੱਕ ਤਰ੍ਹਾਂ ਸਰਕਲ ਦੇ ਵਿੱਚ ਹੁੰਦੇ, ਜਿਵੇਂ ਫੁੱਲ ਦੀਆਂ ਵਰਲਸ ਹੁੰਦੀਆਂ ਨੇ, ਠੀਕ ਹੈ, ਐਟ ਦਾ ਨੋਡ। ਸਪਰੰਜੀਆ ਡਿਵੈਲਪ ਔਨ ਦਾ ਸਪੈਸ਼ਲ ਸਟਾਕ ਸਟਰਕਚਰ ਨੋਨ ਐਜ਼ ਸਪਰੰਜੀਓਫੋਰ। ਜਿਹੜੇ ਸਪਰੰਜੀਆ ਨੇ ਉਹ ਅੱਗੇ ਇੱਕ ਸਪੈਸ਼ਲ ਸਟਾਕ ਦੇ ਉੱਪਰ ਹੁੰਦੇ ਨੇ, ਸਟਾਕ ਜਿਹਨੂੰ ਆਪਾਂ ਡੰਡੀ ਵੀ ਕਹਿ ਸਕਦੇ ਇੱਕ ਤਰ੍ਹਾਂ ਦੀ, ਠੀਕ ਹੈ, ਉਹਦੇ ਉੱਪਰ ਹੁੰਦੇ ਨੇ, ਤੁਹਾਨੂੰ ਬੋਲਦੇ ਸਪਰੰਜੀਓਫੋਰ। ਵਿਚ ਫਾਰਮ ਕੰਪੈਕਟ ਸਟ੍ਰੋਬੀਲਸ, ਮਤਲਬ ਇੱਕ ਤਰ੍ਹਾਂ ਦੀ ਕੋਣ ਬਣਾਉਂਦੀ ਹੈ ਐਟ ਦਾ ਅਪੈਕਸ ਆਫ ਦਾ ਸਟੈਮ, ਯਾਨੀ ਕਿ ਸਟੈਮ ਦੀ ਟਿਪ ਦੇ ਉੱਪਰ। ਇਹਦਾ ਐਗਜ਼ਾਮਪਲ ਹੈਗਾ ਏਕੁਆਸੈਟਮ। ਸਬ ਫਾਈਲਮ ਨੰਬਰ 4 ਆਪਣਾ ਆਉਂਦਾ ਹੈ ਟੈਰੋਪਸਿਡਾ। The sporophytic plant body is well differentiated into root, stem and leaves. ਲੀਵ ਯੂਜ਼ਲੀ ਲਾਰਜ, ਇਹਦੇ ਲਾਰਜ ਪੱਤੇ ਹੋਣਗੇ ਜਿਹਨੂੰ ਆਪਾਂ ਮੈਗਾਫਿਲਸ ਕਹਿੰਦੇ ਆ। ਐਂਡ ਪਿੰਨੇਟਲੀ ਕੰਪਾਊਂਡ, ਠੀਕ ਹੈ, ਮਤਲਬ ਇੱਕ ਤਰ੍ਹਾਂ ਦੀ ਇਹਦੇ 'ਚ ਡਿਵੀਜ਼ਨਸ ਹੁੰਦੀਆਂ ਨੇ ਪੱਤੇ ਦੇ ਵਿੱਚ, ਤਾਂ ਕਰਕੇ ਆਪਾਂ ਨੂੰ ਬੋਲਦੇ ਹਾਂ ਪਿੰਨੇਟਲੀ ਕੰਪਾਊਂਡ ਲੀਫ। ਸਪਰੰਜੀਆ ਡਿਵੈਲਪ ਇਨ ਦਾ ਗਰੁੱਪਸ ਕਾਲਡ ਸੋਰਾਈ। ਜਿਹੜੇ ਸਪਰੰਜੀਆ ਹੁੰਦੇ ਨੇ ਉਹਦੇ ਗਰੁੱਪ ਦੇ ਵਿੱਚ ਹੁੰਦੇ ਨੇ, ਉਸ ਨੂੰ ਆਪਾਂ ਸੋਰਾਈ ਕਹਿੰਦੇ ਆ, ਠੀਕ ਹੈ। ਉਹ ਸੋਰਾਈ ਜਿਹੜਾ ਪ੍ਰੈਜ਼ੈਂਟ ਹੁੰਦਾ ਗਾ ਵੈਂਟਰਲ ਸਰਫੇਸ, ਯਾਨੀ ਕਿ ਪੱਤੇ ਦੇ ਨੀਚਲੇ ਭਾਗ ਦੇ ਵਿੱਚ, ਔਰ ਪੱਤੇ ਦੇ ਮਾਰਜਨ ਦੇ ਉੱਪਰ ਵੀ ਹੁੰਦੇ ਨੇ, ਠੀਕ ਹੈ, ਤਾਂ ਉਸ ਉੱਪਰ ਸਪੋਰੋਫਿਲ ਵੀ ਕਹਿ ਸਕਦੇ ਹਾਂ। ਅਤੇ ਇਸ ਸਬ ਫਾਈਲਮ ਦੇ ਵਿੱਚ ਜੋ ਸਪਰੰਜੀਆ ਹੁੰਦਾ ਹੈ ਉਹ ਲੈਪਟੋਸਪਰੰਜੀਏਟ ਵੀ ਹੋ ਸਕਦਾ ਹੈ ਔਰ ਯੂ ਸਪਰੰਜੀਏਟ ਵੀ ਹੋ ਸਕਦਾ ਹੈ। ਲੈਪਟੋ ਮਤਲਬ ਸਿੰਗਲ ਸੈੱਲ ਤੋਂ ਡਿਵੈਲਪ ਹੋਣਾ, ਯੂ ਮਤਲਬ ਮਲਟੀਪਲ ਸੈੱਲ ਤੋਂ ਡਿਵੈਲਪ ਹੋਣਾ। ਇਹਦੀ ਐਗਜ਼ਾਮਪਲ ਨੇ ਡਰਾਇਓਟੈਰਿਸ, ਟੈਰੀਡੀਅਮ, ਮਾਰਸੀਲੀ ਅਤੇ ਅਜ਼ੋਲਾ, ਠੀਕ ਹੈ। ਅਜ਼ੋਲਾ ਜਿਹੜਾ ਹੈਗਾ ਇਹ ਸਭ ਤੋਂ ਸਮੋਲੈਸਟ ਟੈਰੀਡੋਫਾਈਟ ਹੈ, ਜੋ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਗਾ। ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕੁਝ ਬਹੁਤ ਹੀ ਇੰਪੋਰਟੈਂਟ MCQ ਜੋ ਇਸ ਦੇ ਰਿਗਾਰਡਿੰਗ ਪੁੱਛੇ ਜਾ ਸਕਦੇ ਨੇ। ਸੋ ਸਭ ਤੋਂ ਪਹਿਲਾ MCQ ਹੈ ਮੋਸਟ ਪ੍ਰੀਮੀਟਿਵ ਲਿਵਿੰਗ ਵਾਸਕੂਲਰ ਪਲਾਂਟਸ ਆਰ, ਕਿ ਹੇਠ ਲਿਖਿਆ ਵਿੱਚੋਂ ਸਭ ਤੋਂ ਪੁਰਾਣੇ ਵਾਸਕੂਲਰ ਪਲਾਂਟ ਕਿਹੜੇ ਸੀਗੇ ਜਿਨ੍ਹਾਂ ਦੇ ਵਿੱਚ ਮਤਲਬ ਜ਼ਾਈਲਮ ਤੇ ਫਲੋਇਮ ਹੁੰਦਾ ਹੈ, ਠੀਕ ਹੈ। ਤੇ ਇਹਦਾ ਆਨਸਰ ਆਏਗਾ ਫਰਨਸ। ਜਿਹੜੇ ਫਰਨਸ ਨੇ ਇਹ ਟੈਰੀਡੋਫਾਈਟਸ ਨੇ। ਦੂਸਰਾ ਕੁਐਸਚਨ ਹੈ ਟੈਰੀਡੋਫਾਈਟਸ ਆਰ ਆਲਸੋ ਕਾਲਡ, ਤਾਂ ਇਸ ਨੂੰ ਆਪਾਂ ਕੀ ਕਹਾਂਗੇ, ਇਸ ਨੂੰ ਆਪਾਂ ਕਹਾਂਗੇ ਕ੍ਰਿਪਟੋਗੇਮਸ, ਕਿਉਂਕਿ ਇਹ ਪਲਾਂਟਸ ਵਿਦਾਊਟ ਸੀਡਸ ਹੁੰਦੇ ਨੇ, ਠੀਕ ਹੈ। ਕ੍ਰਿਪਟੋਗੇਮਸ ਪਹਿਲੀ ਆਪਸ਼ਨ ਇਹਦਾ ਸਹੀ ਆਨਸਰ ਆਏਗਾ। ਕੁਐਸਚਨ ਨੰਬਰ 3 ਆਪਣਾ ਸੀਡ ਹੈਬਿਟ ਇਜ਼ ਓਰੀਜੀਨੇਟਡ ਇਨ, ਕਿ ਸਭ ਤੋਂ ਪਹਿਲਾਂ ਸੀਡ ਹੈਬਿਟ ਦਾ ਸ਼ੁਰੂਆਤ ਕਿਹੜੇ ਪਲਾਂਟ ਦੇ ਵਿੱਚ ਹੋਇਆ, ਤਾਂ ਇਹਦਾ ਵੀ ਆਨਸਰ ਆਏਗਾ ਟੈਰੀਡੋਫਾਈਟ, ਠੀਕ ਹੈ, ਕਿਉਂਕਿ ਟੈਰੀਡੋਫਾਈਟ ਆਈ ਹੈਟਰੋਸਪੋਰੀ ਤੋਂ ਹੀ ਸੀਡ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਔਰ ਓਰੀਜਨਲ ਸੀਡ ਜਿਹੜਾ ਪਹਿਲੀ ਵਾਰ ਆਇਆ ਉਹ ਆਇਆ ਜਿਮਨੋਸਪਰਮ ਪਲਾਂਟ ਦੇ ਵਿੱਚ। ਫਿਰ ਆਇਆ ਫਰਨ ਪ੍ਰੋਥੈਲਸ ਨਾਰਮਲੀ ਇਜ਼, ਮਤਲਬ ਜਿਹੜਾ ਪ੍ਰੋਥੈਲਸ ਹੁੰਦਾ ਨਾਰਮਲੀ ਕੀ ਹੁੰਦਾ, ਤਾਂ ਆਨਸਰ ਆਊਗਾ ਹੈਪਲੋਇਡ, ਕਿਉਂਕਿ ਪ੍ਰੋਥੈਲਸ ਦਾ ਗਮੀਟੋਫਾਈਟ ਹੁੰਦਾ ਹੈ, ਤੇ ਗਮੀਟੋਫਾਈਟ ਜਿਹੜਾ ਹੈਗਾ ਤਾਂ ਉਹ ਹਮੇਸ਼ਾ ਹੈਪਲੋਇਡ ਹੀ ਹੋਵੇਗਾ। ਸੋ ਇੱਥੇ ਹੈਪਲੋਇਡ ਤੋਂ ਭਾਵ ਹੁੰਦਾ ਹੈ ਸਿੰਗਲ ਸੈੱਟ ਆਫ ਕ੍ਰੋਮੋਜ਼ੋਮਸ, ਠੀਕ ਹੈ। ਡਿਪਲੋਇਡ ਹੁੰਦਾ ਹੈਗਾ 2 ਸੈੱਟ ਕ੍ਰੋਮੋਜ਼ੋਮ, ਟ੍ਰਿਪਲੋਇਡ 3 ਸੈੱਟ ਕ੍ਰੋਮੋਜ਼ੋਮ, ਟੈਟਰਾਪਲੋਇਡ ਮਤਲਬ 4 ਸੈੱਟ ਕ੍ਰੋਮੋਜ਼ੋਮ, ਪਰ ਜਿਹੜਾ ਪ੍ਰੋਥੈਲਸ ਹੋਏਗਾ ਉਹ ਹੈਪਲੋਇਡ ਹੋਵੇਗਾ। ਨੈਕਸਟ ਕੁਐਸਚਨ ਆਉਂਦਾ ਹੈ ਦ ਗੈਮੀਟੋਫਾਈਟਿਕ ਐਂਡ ਸਪੋਰੋਫਾਈਟਿਕ ਜਨਰੇਸ਼ਨ ਫੀਚਰਡ ਇਨ ਦ ਲਾਈਫ ਹਿਸਟਰੀ ਆਫ, ਮਤਲਬ ਕਿਹੜੇ ਪਲਾਂਟ ਨੇ ਜਿਹਦੀ ਲਾਈਫ ਹਿਸਟਰੀ 'ਚ ਇਹ ਦੋਨੋਂ ਸਟੇਜਸ ਆਲਟਰਨੇਟਿਵਲੀ ਆਉਂਦੀਆਂ ਨੇ। ਓਕੇ, ਤਾਂ ਪਹਿਲੀ ਆਪਸ਼ਨ ਹੈ ਪੈਰਾਸਿਟਿਕ ਫੰਗਸ, ਦੂਸਰੀ ਹੈ ਗ੍ਰੀਨ ਲੀਫ, ਤੀਸਰੀ ਹੈ ਬਰਾਊਨ ਐਲਗੀ, ਚੌਥੀ ਹੈ ਫਰਨ। ਤਾਂ ਆਨਸਰ ਆਏਗਾ ਫਰਨ। ਫਰਨ ਟਰੀਡੋਫਾਈਟ ਹੈ, ਸੋ ਟਰੀਡੋਫਾਈਟ ਦੇ ਵਿੱਚ ਆਲਟਰਨੇਸ਼ਨ ਹੁੰਦੀ ਹੈ ਗੈਮੀਟੋਫਾਈਟ ਤੇ ਸਪੋਰੋਫਾਈਟ ਦੀ। ਨੈਕਸਟ ਕੁਐਸਚਨ ਹੈ ਪ੍ਰੋਥੈਲਸ ਰੀਪ੍ਰਜੈਂਟਸ ਦਾ, ਕਿ ਪ੍ਰੋਥੈਲਸ ਹੁੰਦਾ ਕੀ ਹੈ, ਠੀਕ ਹੈ ਜੀ। ਤਾਂ ਆਨਸਰ ਆਏਗਾ ਗੈਮੀਟੋਫਾਈਟਿਕ ਫੇਜ਼ ਇਨ ਦਾ ਫਰਨਸ, ਯਾਨੀ ਕਿ ਟੈਰੀਡੋਫਾਈਟ ਦਾ ਜਿਹੜਾ ਗੈਮੀਟੋਫਾਈਟ ਫੇਜ਼ ਹੁੰਦਾ ਹੈ ਉਸ ਨੂੰ ਆਪਾਂ ਪ੍ਰੋਥੈਲਸ ਕਹਿੰਦੇ ਹਾਂ। ਅਗਲਾ ਕੁਐਸਚਨ ਹੈ ਇਨ ਵਿਚ ਆਫ ਦਾ ਫੋਲੋਇੰਗ ਪਲਾਂਟਸ ਇਜ਼ ਦਾ ਡਿਪਲੋਇਡ ਸਟੇਜ ਜਨਰਲੀ ਡੋਮੀਨੈਂਟ, ਤਾਂ ਅਗੇਨ ਦਾ ਆਨਸਰ ਆਏਗਾ ਫਰਨਸ
ਔਰ ਦਾ ਟੈਰਿਸ ਔਰ ਡਰਾਇਓਟੈਰਿਸ, ਇਹ ਸਾਰੇ ਹੀ ਟ੍ਰੇਡੋਫਾਈਟਸ ਨੇ। ਨੈਕਸਟ ਕੁਐਸਚਨ ਹੈ ਫਰਨ ਸਟੀਲ ਇਜ਼, ਫਰਨ ਸਟੀਲ ਕੀ ਹੁੰਦਾ ਹੈ? ਤਾਂ ਇਹਦਾ ਆਨਸਰ ਆਏਗਾ ਡਿਕਟੀਓ ਸਟੀਲ। ਠੀਕ ਹੈ ਜੀ, ਫਰਨ ਜਿਹੜੇ ਟ੍ਰੇਡੋਫਾਈਟਸ ਨੇ ਇਹਦੇ ਵਿੱਚ ਕਿਹੜੀ ਟਾਈਪ ਦਾ ਸਟੀਲ ਹੁੰਦਾ ਹੈ, ਕਿਹੜੀ ਟਾਈਪ ਦਾ ਅਰੇਂਜਮੈਂਟ ਹੁੰਦਾ ਜ਼ਾਈਲਮ ਫਲੋਇਮ ਦਾ? ਤਾਂ ਆਨਸਰ ਆਏਗਾ ਆਪਸ਼ਨ ਨੰਬਰ 3 ਡਿਕਟੀਓ ਸਟੀਲ। ਕੁਐਸਚਨ ਨੰਬਰ 9 ਹੈ ਸਰਕਾਈਨੇਟ ਵਰਨੇਸ਼ਨ ਇਨ ਫਰਨਸ ਰੈਫਰਸ ਟੂ। ਠੀਕ ਹੈ ਜੀ, ਤਾਂ ਇਹਦਾ ਆਨਸਰ ਆਪਣੇ ਕੋਲ ਕੀ ਆਏਗਾ? ਜਿਹੜਾ ਸਰਕਾਈਨੇਟ ਵਰਨੇਸ਼ਨ ਹੁੰਦਾ ਹੈ ਤਾਂ ਉਸ ਦਾ ਮਤਲਬ ਹੁੰਦਾ ਅਨਕੋਇਲਿੰਗ ਆਫ ਲਾਰਜ ਲੀਵਸ, ਮਤਲਬ ਜਿਹੜੇ ਪੂਰੇ ਵੱਡੇ ਪੱਤੇ ਹੁੰਦੇ ਨੇ ਉਹਦਾ ਅਨਕੋਇਲ ਹੋ ਜਾਣਾ, ਤਾਂ ਉਸ ਨੂੰ ਫਰੌਂਡ ਬੋਲਦੇ ਨੇ। ਅਤੇ ਜਿਹੜੇ ਟ੍ਰੀਡੋਫਾਈਟਸ ਨੇ ਉਹਨਾਂ ਵਿੱਚ ਫਰੌਂਡ ਦਾ ਕੰਮ ਹੁੰਦਾ ਗਾ ਫੋਟੋਸਿੰਥੇਸਿਸ। ਨੈਕਸਟ ਕੁਐਸਚਨ ਆਪਣਾ ਆਉਂਦਾ ਹੈ ਕਲੈਕਸ਼ਨ ਆਫ ਸਪਰੈਂਜੀਆ ਅਟੈਚ ਟੂ ਦਾ ਪਲੇਸੈਂਟਾ ਐਂਡ ਕਵਰਡ ਓਵਰ ਬਾਈ ਇੰਡੂਸੀਅਮ ਇਜ਼ ਨੋਨ ਐਜ਼। ਬਹੁਤ ਸਾਰੇ ਸਪਰੰਜੀਆ ਦਾ ਗਰੁੱਪ ਜੋ ਪਲੇਸੈਂਟਾ ਦੇ ਨਾਲ ਅਟੈਚ ਹੋਵੇ ਅਤੇ ਉਹਦੇ ਉੱਪਰ ਇੱਕ ਇੰਡੂਸੀਅਮ ਨਾਮ ਦੀ ਕਵਰਿੰਗ ਹੋਵੇ ਤਾਂ ਉਸ ਨੂੰ ਕੀ ਕਿਹਾ ਜਾਂਦਾ ਹੈ? ਅਤੇ ਇਸ ਦਾ ਆਨਸਰ ਆਏਗਾ ਸੋਰਸ, ਸੋਰਸ ਜਾਂ ਸੋਰਾਈ। ਠੀਕ ਹੈ, ਜੋ ਤੁਸੀਂ ਇਮੇਜ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਇਹ ਦਿਖਦੀ ਹੈ। ਸੋ ਸੈਕੰਡ ਆਪਸ਼ਨ ਇਜ਼ ਦਾ ਰਾਈਟ ਆਨਸਰ। ਸੋ ਉਮੀਦ ਕਰਦਾ ਕਿ ਵੀਡੀਓ ਪਸੰਦ ਆਵੇਗਾ। ਨੈਕਸਟ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਜਿਮਨੋਸਪਰਮ ਦੇ ਬਾਰੇ। ਸੋ ਨੀਟ ਅਤੇ ਮਾਸਟਰ ਕਾਡਰ ਦੀ ਤਿਆਰੀ ਕਰ ਰਹੇ ਸਾਰੇ ਵਿਦਿਆਰਥੀਆਂ ਨੂੰ ਚੈਨਲ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਸੀਂ ਮਾਤ ਭਾਸ਼ਾ ਦੇ ਵਿੱਚ ਚੰਗੀ ਤਰ੍ਹਾਂ ਬੋਟਨੀ ਅਤੇ ਜੂਲੌਜੀ ਨੂੰ ਸਮਝ ਸਕੋ। ਸੋ ਥੈਂਕ ਯੂ, ਥੈਂਕਸ ਫॉर ਵਾਚਿੰਗ।